ਰਾਮਦਾਸ ਗੁਣ ਗਾਵੋ। ਗੁਰ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤ ਪਰ ਅਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਵੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਗਨ ਬਿਨਾਸ਼ਨ ਸੋਏ। ਨਾਮ ਸ੍ਰੀ ਵਾਹਿਗੁਰੂ ਜੀ। ਤੰਬੂ ਸਮਿਆਨੇ ਬਹੁਤਾਨੇ, ਦੂਰ ਦੂਰ ਲਗ ਹੀਰੇ। ਅਨੇਕ ਬਰਨ ਕੇ ਸਿਆਮ ਲਾਲ, ਗਨ ਲਾਗੇ ਸੇਤ ਵਡੇਰੇ। ਤੰਬੂ ਸਮਿਆਨੇ ਬਹੁਤਾਨੇ, ਦੂਰ ਦੂਰ। ਪਰਮ ਸਤਿਕਾਰਯੋਗ ਗੁਰੂ ਜੀ ਦਾ ਖਾਸ ਰੂਪ, ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਬਹੁਤ ਹੀ ਵਡਭਾਗੇ ਹੋ ਜੋ ਸਾਹਿਬੇ ਕਮਾਲ, ਮੀਰਾਨ ਮੀਰ, ਪੀਰਾਨ ਪੀਰ, ਵਾਲੀਏ ਕੁਲ ਆਲਮ, ਨਾਮ ਬਾਣੀ ਦੇ ਮੁਜੱਸਮੇ, ਸ਼ਾਂਤੀ ਦੇ ਸਮੁੰਦਰ, ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹੀਆਂ ਜੀ ਦੇ ਸਰੂਪ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਮੁਬਾਰਕ ਦਰਸ਼ਨ ਦੀਦਾਰ ਕਰਕੇ ਆਪਣੇ ਜੀਵਨ ਦੀਆਂ ਨੂੰ ਸਵਾਸਾਂ ਰੂਪੀ ਪੂੰਜੀ ਸਮੇਤ ਸਫਲ ਬਣਾਉਣਾ ਕਰ ਰਹੇ ਹੋ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਗੁਰਸੰਗਤ ਜੀ, ਇਸ ਸਥਾਨ ਦੀ ਨਿਤ ਦੀ ਮਰਿਆਦਾ ਹੈ। ਚੱਲ ਰਹੀ ਮਰਿਆਦਾ ਮੁਤਾਬਕ ਆਪ ਜੀਆਂ ਨੇ ਗੁਰੂ ਘਰ ਦੇ ਵਜ਼ੀਰਾਂ ਪਾਸੋਂ ਸੁਣ ਵਡਭਾਗੀਆ ਹਰ ਅੰਮ੍ਰਿਤ ਬਾਣੀ RAM, ਜਿਨ ਕੋ ਕਰਮ ਲਿਖੀ ਤਿਨ ਹਿਰਦੈ ਸਮਾਣੀ। RAM ਜੀ ਦੇ ਮਹਾਵਾਕ ਅਨੁਸਾਰ ਆਪ ਜੀਆਂ ਨੇ ਗੁਰੂ ਘਰ ਦੇ ਵਜ਼ੀਰਾਂ ਪਾਸੋਂ ਮਹਾਰਾਜ ਜੀਆਂ ਦੇ ਮੁਬਾਰਕ ਬਚਨਾਂ ਨੂੰ ਸੁਣਨਾ ਕੀਤਾ ਹੈ। ਜਿਸ ਤਰ੍ਹਾਂ ਦੇ ਹਾਂ ਇਸ ਸਥਾਨ ਦੀ ਨਿਤ ਦੀ ਮਰਿਆਦਾ ਹੈ। ਚੱਲ ਰਹੀ ਮਰਿਆਦਾ ਮੁਤਾਬਕ ਗੁਰਸੰਗਤ ਜੀ, ਹੁਣ ਸਮਾਂ ਹੈ ਸਭ ਤੇ ਉੱਤਮ ਹਰ ਕੀ ਕਥਾ। ਨਾਮ ਸੁਨਤ ਦਰਦ ਦੁਖ ਲਥਾ, ਸੁਣ ਹਰ ਕਥਾ ਉਤਾਰੀ ਮੈਲ। ਮਹਾਪੁਨੀਤ ਭਏ ਸੁਖ ਸੈਲ ਜੀ ਦੇ ਮਹਾਵਾਕ ਅਨੁਸਾਰ
ਆਪ ਜਾਣਦੇ ਹੋ ਮਹਾਰਾਜ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਨਿਤ ਦੀ ਮਰਿਆਦਾ ਮੁਤਾਬਕ ਸਮਾਂ ਹੈ। ਜਿਸ ਤਰ੍ਹਾਂ ਇਹਨਾਂ ਸਥਾਨਾਂ ਦੇ ਉੱਤੇ ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਜੀਵਨ ਕੌਤਕਾਂ ਦੇ ਲੜੀਵਾਰ ਪ੍ਰਸੰਗ ਚੱਲ ਰਹੇ ਹਨ। ਲੜੀ ਦੇ ਵਿੱਚ ਅਸੀਂ ਸੰਗਤ ਜੀ ਮਹਾਰਾਜ ਜੀਆਂ ਦੇ ਪਾਸੋਂ ਜਾਣਨਾ ਕੀਤਾ ਸੀ ਕਿਸ ਤਰ੍ਹਾਂ ਇਹ 22 ਧਾਰ ਦੇ ਪਹਾੜੀ ਰਾਜੇ ਤੇ ਨਾਲ ਦੇ ਨਾਲ ਇਹ ਜੋ ਦੋਨੋਂ ਸੂਬੇਦਾਰ ਸਨ, ਇਹ ਆਪ ਪਹਿਲੇ ਤੇ ਦੂਜੇ ਦਿਨ ਦੇ ਜੰਗ ਦੇ ਵਿੱਚ ਹਾਰਨ ਤੋਂ ਬਾਅਦ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਦੇ ਕਿ ਕਿਸ ਤਰ੍ਹਾਂ ਪਹਿਲਾਂ ਤੇ ਆਪ ਕਲਗੀਧਰ ਪਾਤਸ਼ਾਹ ਜੀਆਂ ਦੇ ਜੋ ਸਿੱਖ ਸਨ ਉਹ ਮੋਰਚੇ ਵਾਲੇ ਸਥਾਨ ਦੇ ਉੱਤੇ ਡਟੇ ਹੋਣ ਕਰਕੇ ਆਪ ਸਾਡੀ ਫੌਜ ਨੂੰ ਨਾਸ਼ ਕਰਨਾ ਕਰ ਰਹੇ। ਫਿਰ ਬਾਅਦ ਵਿੱਚ ਇਹਨਾਂ ਨੇ ਪਹਿਲੇ ਦਿਨ ਦੀ ਜੰਗ ਤੋਂ ਬਾਅਦ ਤੇ ਦੂਸਰੇ ਦਿਨ ਦੀ ਜੰਗ ਦੇ ਵਿਚਕਾਰਲੀ ਰਾਤ ਦੇ ਵਿੱਚ ਇਹਨਾਂ ਨੇ ਸਲਾਹ ਕਰਨਾ ਕੀਤੀ ਕਿ ਦੂਸਰੇ ਦਿਨ ਦੀ ਜੰਗ ਦੇ ਵਿੱਚ ਅਸੀਂ ਆਪ ਇਹਨਾਂ ਮਹਾਰਾਜ ਜੀਆਂ ਦੇ ਸਿੰਘਾਂ ਦੇ ਉੱਤੇ ਤੋਪਾਂ ਦੇ ਗੋਲੇ ਛੱਡਣੇ ਕਰਾਂਗੇ। ਪਰ ਸੰਗਤ ਜੀ ਉਧਰ ਮਹਾਰਾਜ ਜੀਆਂ ਨੇ ਆਪ ਆਪਣੇ ਸਿੰਘਾਂ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਪਾਂ ਵਾਲੇ ਸਥਾਨ ਦੇ ਉੱਤੇ ਮੋਰਚੇ ਨਹੀਂ ਲੱਗਣਗੇ, ਸਗੋਂ ਅੱਜ ਘੋੜੇ ਦੇ ਉੱਪਰ ਸਵਾਰ ਹੋ ਕਰਕੇ ਅਸੀਂ ਯੁੱਧ ਕਰਨਾ ਕਰਾਂਗੇ। ਸੋ ਇਹਨਾਂ ਨੇ ਜਦੋਂ ਆਪ ਦੇਖਣਾ ਕੀਤਾ ਕਿ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਦੇ ਸਿੰਘ ਅੱਜ ਮੋਰਚੇ ਵਾਲੇ ਸਥਾਨ ਦੇ ਉੱਤੇ ਨਹੀਂ ਹਨ, ਤਾਂ ਇਹ ਆਪ ਜਦੋਂ ਰੜੇ ਮੈਦਾਨ ਦੇ ਉੱਤੇ ਹਨ ਤਾਂ ਇਹਨਾਂ ਨੇ ਮਹਾਰਾਜ ਜੀਆਂ ਦੇ ਸਿੰਘਾਂ ਦੇ ਉੱਪਰ ਤੋਪਾਂ ਚਲਵਾਉਣੀਆਂ ਕੀਤੀਆਂ। ਤਾਂ ਤੋਪਾਂ ਚਲਵਾਉਣ ਤੋਂ ਬਾਅਦ ਆਪ ਕਲਗੀਧਰ ਪਾਤਸ਼ਾਹ ਜੀ ਜੋ ਕਿ ਸਭ ਜਾਣ ਨੇ ਸੰਗਤ ਜੀ, ਇਹ ਜੋ ਇਹਨਾਂ ਦੇ ਤੋਪਾਂ ਦੇ ਗੋਲੇ ਨੇ ਆਪ ਮਹਾਰਾਜ ਜੀਆਂ ਦੀ ਫੌਜ ਤੋਂ ਅੱਗੇ ਜਾ ਕਰਕੇ ਗਿਰੇ ਨੇ। ਪਰ ਉਧਰ ਸੰਗਤ ਜੀ ਫਿਰ ਜਦੋਂ ਇਹਨਾਂ ਨੇ ਦੇਖਣਾ ਕੀਤਾ ਇਸ ਸੂਬੇਦਾਰ ਨੇ ਕਿ ਜੋ ਤੋਪੇ ਦੇ ਗੋਲੇ ਹਨ ਇਹ ਤਾਂ ਪਰਾਂ ਜਾ ਕਰਕੇ ਗਿਰ ਰਹੇ ਹਨ, ਫਿਰ ਇਹ ਆਪ ਆਪਣੇ ਤੋਪਚੀ ਨੂੰ ਗਾਲਾਂ ਕੱਢਣੀਆਂ ਕਰਦਾ ਕਿ ਤੂੰ ਵਿਦਿਆ ਭਾਰੀ ਲਈ ਹੈ ਤੇ ਤੇਰੇ ਤੋਪ ਦੇ ਗੋਲੇ ਜਿਹੜੇ ਨੇ ਉਹ ਤਾਂ ਪਰਾਂ ਜਾ ਕਰਕੇ ਗਿਰ ਰਹੇ ਨੇ। ਪਰ ਸੰਗਤ ਜੀ ਇਹ ਜਾਣਦਾ ਨਹੀਂ ਹੈ ਜੋ ਤੋਪ ਦਾ ਗੋਲਾ ਬਾਰੂਦ ਦਾ ਜੋ ਗੋਲਾ ਹੁੰਦਾ ਇਹ ਹਵਾ ਦੀ ਵੇਗ ਦੇ ਮੁਤਾਬਕ ਵਹਿੰਦਾ ਏ ਤੇ ਹਵਾ ਤੇ ਆਪ ਕਲਗੀਧਰ ਪਾਤਸ਼ਾਹ ਜੀਆਂ ਦੇ ਹੁਕਮਾਂ ਅੰਦਰ ਹੈ। ਭੈ ਵਿੱਚ ਪਵਨ ਵਹੈ ਸਦਵਾਹੁ, ਭੈ ਵਿੱਚ ਚੱਲੇ ਲੱਖ ਦਰਿਆਹੁ। ਭਾਵ ਕਿ ਜਲ ਅਤੇ ਹਵਾ ਇਹ ਤਾਂ ਆਪ ਕਲਗੀਧਰ ਪਾਤਸ਼ਾਹ ਜੀਆਂ ਦੇ ਹੁਕਮਾਂ ਦੇ ਅੰਦਰ ਵਗਣਾ ਕਰਦੀ ਹੈ ਤੇ ਪਰ ਇਹ ਇਹਨਾਂ ਸੂਬੇਦਾਰਾਂ ਨੂੰ ਇਹ ਸਮਝ ਨਹੀਂ ਆਉਂਦੀ ਸੰਗਤ ਜੀ। ਤਾਂ ਇਸ ਤਰੀਕੇ ਕਲਗੀਧਰ ਪਾਤਸ਼ਾਹ ਜੀਆਂ ਦੇ ਇਸ ਚੋਜ ਨੂੰ ਹੁਣ ਇਹ ਕਹਿੰਦੇ ਅਸੀਂ ਜਾਣ ਨਹੀਂ ਸਕੇ। ਇੱਕ ਦਿਨ ਤਾਂ ਆਪ ਮਹਾਰਾਜ ਜੀਆਂ ਦੇ ਸਿੰਘ ਆਪ ਮੋਰਚੇ ਵਾਲੇ ਸਥਾਨ ਦੇ ਉੱਤੇ ਸਨ, ਉਦੋਂ ਵੀ ਸਾਡੇ ਫੌਜੀ ਨਾਸ਼ ਹੋਏ। ਮੈਦਾਨ ਦੇ ਵਿੱਚ ਸਨ ਤੇ ਉਦੋਂ ਵੀ ਸਾਡੇ ਫੌਜੀ ਨਾਸ਼ ਹੋਏ ਤਾਂ ਅਸੀਂ ਜਾਣ ਨਾ ਸਕੇ। ਤਾਂ ਆਪ ਸੰਗਤ ਜੀ ਇਸ 22 ਧਾਰ ਦੇ ਪਹਾੜੀ ਰਾਜੇ ਭੀਮ ਚੰਦ ਨੇ ਆਪ ਮਹਾਰਾਜ ਜੀਆਂ ਘੇਰੇ ਮਹਾਰਾਜ ਜੀਆਂ ਦੇ ਅਸਥਾਨਾਂ ਦੇ ਉੱਤੇ ਹੁਣ ਇਹਨਾਂ ਨੂੰ ਘੇਰਾ ਪਾਉਣ ਦੀ ਜੋ ਸਲਾਹ ਦਿੱਤੀ ਹੈ, ਸੋ ਇਹਨਾਂ ਨੇ ਘੇਰਾ ਪਾ ਕਰਕੇ ਆਪ ਮਹਾਰਾਜ ਜੀਆਂ ਦੇ ਅੰਦਰ ਜੋ ਰਸਦ ਇਤਿਆਦਿਕ ਜਾਣ ਵਾਲੀ ਜੋ ਸਮੱਗਰੀ ਹੈ ਉਹਨਾਂ ਦੇ ਉੱਪਰ ਵੀ ਰੋਕ ਲਗਾ ਦਿੱਤੀ ਦੂਰ ਦੂਰ ਤੱਕ। ਭਾਵ ਆਪ ਆਪਣੇ ਇਹਨਾਂ ਨੇ ਟਿਕਾਣੇ ਕਰਕੇ ਰੱਖੇ ਹਨ ਕਿਉਂਕਿ ਮਨ ਦੇ ਵਿੱਚ ਡਰ ਵੀ ਹੈ ਕਿ ਵੀ ਕਿਧਰੇ ਮਹਾਰਾਜ ਜੀਆਂ ਦਾ ਇੱਕ ਵਾਰ ਹੀ ਇਹਨਾਂ ਨੂੰ ਨਾਸ਼ ਕਰਨ ਦੇ ਸਮਰੱਥ ਹੈ। ਸੋ ਦੂਰ ਦੂਰ ਤੋਂ ਬਾਅਦ ਆਪ ਇਹਨਾਂ ਨੇ ਡੇਰੇ ਲਗਾਉਣਾ ਕੀਤੇ। ਇਹਨਾਂ ਦੀ ਇਹ ਸੋਚ ਸੀ ਕਿ ਜਦੋਂ ਆਪ ਸਮੱਗਰੀ ਜੋ ਹੋਰ ਵੀ ਸਮੱਗਰੀ ਹੈ ਸੰਗਤ ਜੀ ਉਹ ਜਦੋਂ ਨਹੀਂ ਮਿਲੇਗੀ ਤਾਂ ਮਹਾਰਾਜ ਜੀਆਂ ਦੇ ਸਿੰਘ ਆਉਣਾ ਕਰਨਗੇ। ਜਦੋਂ ਬਾਹਰ ਆਉਣਗੇ ਤਾਂ ਆਪ ਮਹਾਰਾਜ ਜੀਆਂ ਦੇ ਜੋ ਸਿੰਘ ਨੇ ਉਹ ਆਪ ਪਿੰਡਾਂ ਦੇ ਵਿੱਚ ਜਾਣਗੇ, ਪਰ ਪਿੰਡ ਵਾਲੇ ਨਾ ਕਰਨਗੇ ਤਾਂ ਫਿਰ ਇਹ ਦੋਨੋਂ ਮਹਾਰਾਜ ਜੀ ਦੋਨੋਂ ਸੂਬੇਦਾਰਾਂ ਦੇ ਕੋਲ ਆਉਣਾ ਕਰਨਗੇ। ਤਾਂ ਆਪ ਇਹ ਭੀਮ ਚੰਦ ਕਹਿਣਾ ਕਰਦਾ ਕਿ ਜਦੋਂ ਮਹਾਰਾਜ ਤੁਹਾਡੇ ਆਪ ਸਨਮੁਖ ਹੋਣਾ ਕਰਨ
ਗੇ ਤਾਂ ਸਨਮੁਖ ਹੋ ਕੇ ਤੁਸੀਂ ਆਪ ਇਹਨਾਂ ਨੂੰ ਜਿਸ ਤਰ੍ਹਾਂ ਚਾਹੋ ਇਹਨਾਂ ਦੇ ਨਾਲ ਵਰਤਾਓ ਕਰ ਲੈਣਾ। ਸੋ ਇਤਿਹਾਸਿਕ ਸੰਗਤ ਜੀ, ਇਹ ਪ੍ਰਸੰਗ ਅਸੀਂ ਕੱਲ ਦੇ ਸਮੇਂ ਦੇ ਵਿੱਚ ਵਿਚਾਰ ਕਰਨਾ ਕੀਤੇ ਸੀ, ਕਿਸ ਤਰ੍ਹਾਂ ਆਪ ਮਹਾਰਾਜ ਅੱਜ ਦੇ ਸਮੇਂ ਵਿੱਚ ਬਖਸ਼ਿਸ਼ ਕਰ ਰਹੇ ਹਨ। ਆਓ ਕਲਗੀਧਰ ਪਾਤਸ਼ਾਹ ਜੀਆਂ ਦੀ ਅਸੀਸ ਰੂਪ ਫਤਿਹ ਗਜਾ ਕਰਕੇ ਮਹਾਰਾਜ ਜੀ ਦੇ ਆਸ਼ੀਰਵਾਦ, ਬਖਸ਼ਿਸ਼ਾਂ, ਖੁਸ਼ੀਆਂ ਦੇ ਪਾਤਰ ਬਣਦਿਆਂ ਹੋਇਆਂ ਮਹਾਰਾਜ ਜੀਆਂ ਦੇ ਅੱਜ ਦੇ ਇਤਿਹਾਸ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਤੰਬੂ ਸਮਿਆਨੇ ਦੂਰ ਦੂਰ ਲਗ ਹੇਰੇ। ਛੋਟੇ ਤੰਬੂਆਂ ਨੂੰ ਸੰਗਤ ਜੀ ਤੰਬੂ ਕਿਹਾ ਜਾਂਦਾ ਹੈ ਤੇ ਵੱਡੇ ਤੰਬੂਆਂ ਨੂੰ, ਇਹ ਜੋ ਤੁਰਕ ਨੇ ਛੋਟੇ ਤੰਬੂ ਸ਼ਰਮਿਆਨੇ ਕਹਿਣ ਦੇ ਨਾਲ ਨਾਲ ਆਪ ਦੇਖਣਾ ਕਰਦੇ ਹਨ ਕੇ ਸ਼ਿਆਮ ਲਾਲ ਗਨ ਲਾਗੇ ਸੇਤ ਬਡੇਰੇ। ਇਹ ਜੋ ਤੰਬੂ ਆਪ ਇਹਨਾਂ ਤੁਰਕੜਿਆਂ ਨੇ ਲਗਾਉਣਾ ਕੀਤੇ ਹਨ, ਕੋਈ ਚਿੱਟੇ ਰੰਗ ਦੇ ਵੱਡੇ ਵੱਡੇ ਤੰਬੂ ਲੱਗੇ ਹਨ। ਥਾਨ ਥਾਨ ਝੰਡੇ ਵੱਡ ਗਾਡੇ ਬਹੁ ਵਰਨ ਕੇ ਸੇਈ। ਜਗ੍ਹਾ ਜਗ੍ਹਾ ਦੇ ਉੱਤੇ ਭਾਂਤ ਭਾਂਤ ਦੇ ਝੰਡੇ ਜਿਹੜੇ ਨੇ ਉਹ ਆਪ ਇਹਨਾਂ ਨੇ ਆਪਣੇ ਇਹਨਾਂ ਸਥਾਨਾਂ ਦੇ ਉੱਤੇ, ਟਿਕਾਣਿਆਂ ਵਾਲੇ ਸਥਾਨਾਂ ਦੇ ਉੱਤੇ ਗੱਡੇ ਹਨ। ਬੈਠ ਊਜ ਥਲ ਪ੍ਰਭੂ ਬਿਲੋਕਤ ਲਸ਼ਕਰ ਸ਼ਤਰਨ ਜੋਈ। ਸੋ ਉਧਰ ਆਪ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਉੱਚੇ ਅਸਥਾਨਾਂ ਦੇ ਉੱਤੇ ਬੈਠ ਕਰਕੇ ਸੰਗਤ ਜੀ ਆਪ ਸ਼ਤਰੂਆਂ ਨੂੰ ਦੇਖਣਾ ਕਰਦੇ, ਸ਼ਤਰੂਆਂ ਦੀ ਕਾਰਗੁਜ਼ਾਰੀ ਇਹ ਲਗੇ ਸੁਚੇਤਾ ਕਰਨੇ ਨਿਰਮਲ ਨੀਰ ਇਸ਼ਨਾਨੇ। ਉਧਰ ਆਪ ਮਹਾਰਾਜ ਆਪਣੇ ਸਥਾਨਾਂ ਦੇ ਉੱਤੇ ਬੈਠ ਭਾਵ ਕਿ ਸੋਚਾਚਾਰ ਦੀ ਜੋ ਕਿਰਿਆ ਹੁੰਦੀ ਹੈ ਸੰਗਤ ਜੀ, ਲੰਗਰ ਛਕਣ ਤੋਂ ਪਹਿਲਾਂ, ਦੁਪਹਿਰ ਦਾ ਲੰਗਰ ਛਕਣ ਤੋਂ ਪਹਿਲਾਂ ਮਹਾਰਾਜ ਸੋਚਾਚਾਰ ਦੀ ਜੋ ਕਿਰਿਆ ਕਰਨ ਲੱਗੇ, ਨਾਲ ਦੀ ਨਾਲ ਮਹਾਰਾਜ ਜੀਆਂ ਨੇ ਨਿਰਮਲ ਭਾਵ ਉਜਲ ਜਲ ਦੇ ਨਾਲ 5 ਇਸ਼ਨਾਨੇ ਕਰਨਾ ਕੀਤੇ ਹਨ। ਬਸਤਰ ਪਹਿਰ ਆਏ ਸਿੰਘ ਤੇ ਸਥਾਨੇ। ਸੋ ਆਪ ਮਹਾਰਾਜ ਜੀਆਂ ਨੇ ਆਪਣੇ ਬਸਤਰ ਪਹਿਨ ਕਰਕੇ ਨਾਲ ਦੇ ਨਾਲ ਆਪ ਮਹਾਰਾਜ ਆਪਣੇ ਪਲੰਗ ਦੇ ਉੱਪਰ ਆ ਕਰਕੇ ਟਿਕੇ ਹਨ ਤੇ ਜੋ ਮਹਾਰਾਜ ਜੀਆਂ ਦੇ ਸਿੰਘ ਹਨ ਉਹ ਵੀ ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਵਿੱਚ ਆਏ ਹਨ। ਲੱਗਿਓ ਦੀਵਾਨ ਖਾਲਸੇ ਕੇਰਾ ਬਸਤਰ ਸ਼ਸਤਰ ਤਨ ਸਾਜੇ। ਸੋ ਉਸੇ ਸਮੇਂ ਮਹਾਰਾਜ ਜੀਆਂ ਦੀ ਹਜ਼ੂਰੀ ਦੇ ਵਿੱਚ ਮਹਾਰਾਜ ਜੀ ਦਾ ਜੋ ਖਾਲਸਾ ਪੰਥ ਹੈ ਉਹਨਾਂ ਦਾ ਜੋ ਦੀਵਾਨ ਸਜਣਾ ਹੋਇਆ ਹੈ, ਨਾਲ ਦੇ ਮਹਾਰਾਜ ਜੀ ਦੇ ਸਿੰਘਾਂ ਨੇ ਤੇ ਮਹਾਰਾਜ ਜੀਆਂ ਨੇ ਆਪਣੇ ਤਨ ਦੇ ਉੱਪਰ ਸੁੰਦਰ ਕੱਪੜੇ ਤੇ ਨਾਲ ਦੀ ਨਾਲ ਸ਼ਸਤਰ ਜੋ ਹਨ ਸਜਾਏ ਹੋਏ ਹਨ। ਜਾਮ ਦਿਵਸ ਤੇ ਸੂਬੇ ਚੜ੍ਹ ਸਭ ਰਾਜੇ। ਜਾਮ ਦਿਵਸ ਭਾਵ ਸੰਗਤ ਜੀ ਜਾਮ ਦਾ ਇੱਕ ਅਰਥ ਹੁੰਦਾ ਹੈ ਪੈਰ। ਜਾਮ ਇੱਕ ਪੈਰ ਜੋ ਹੁੰਦਾ ਉਹ 3 ਘੜੀਆਂ ਦਾ ਹੁੰਦਾ ਹੈ। ਸਮਾਂ ਬੀਤਿਆ ਹੈ ਤਾਂ ਉਧਰ ਜਦੋਂ ਦੋਨੋਂ ਸੂਬੇ, ਇੱਕ ਲਾਹੌਰ ਦਾ ਸੂਬੇਦਾਰ ਸੀ ਤੇ ਦੂਸਰਾ ਸੂਬੇਦਾਰ ਸੀ ਸੰਗਤ ਜੀ ਜੋ ਸਰਹੰਦ ਦਾ, ਉਹ ਨਾਲ ਆਪਣੇ ਸੰਪੂਰਨ ਰਾਜਿਆਂ ਨੂੰ ਲੈ ਕਰਕੇ ਅੰਗਸੋ ਗਮਨੇ ਦ੍ਰਿਸ਼ਟ ਆਨੰਦਪੁਰੀ ਔਰ ਨਾਲ ਥੋੜੀ ਫੌਜ ਨੂੰ ਆਪ ਆਪਣੇ ਨਾਲ ਲੈ ਕਰਕੇ ਇਹ ਹੁਣ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਚੱਲੇ ਹਨ। ਚਲਤ ਚਲਤ ਕੁਛ ਨਿਕਟ ਪਹੁੰਚੇ ਭੀਮ ਚੰਦ ਕਰ ਜੋਰੀ। ਚਲਦਿਆਂ ਚਲਦਿਆਂ ਇਹ ਹੁਣ ਆਪ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਆਪ ਮਹਾਰਾਜ ਜੀਆਂ ਦੇ ਨਿਕਟ ਕੁਝ ਪਹੁੰਚੇ ਨੇ ਤੇ ਨਾਲ ਇਹ ਜੋ 22 ਧਾਰ ਦਾ ਪਹਾੜੀ ਰਾਜਾ ਇਹਨਾਂ ਦਾ ਸਰਦਾਰ ਭੀਮ ਚੰਦ ਹੈ, ਇਹ ਦੋਵਾਂ ਸੂਬਿਆਂ ਦੇ ਅੱਗੇ ਹੱਥ ਜੋੜੀ ਖੜਾ ਹੈ। ਜ਼ੇਰ ਦਸਤ ਅਰ ਖਾਂ ਵਜੀਦ ਪਿਖ ਬੋਲੇ ਰਾਜਨ ਸੰਗਾ। ਉਧਰ ਜਿਹੜਾ ਜੋ ਲਾਹੌਰ ਦਾ ਸੂਬੇਦਾਰ ਸੀ ਜ਼ਬਰਦਸਤ ਖਾਂ ਤੇ ਜਿਹੜਾ ਦੂਸਰਾ ਸਰਹੰਦ ਦਾ
ਇਹ ਦੇਖ ਕਰਕੇ ਹੁਣ ਆਪ ਇਸ 22 ਧਾਰ ਦੇ ਪਹਾੜੀ ਰਾਜੇ ਦੇ ਸਰਦਾਰ ਭੀਮ ਚੰਦ ਦੇ ਨਾਲ ਬੋਲਣਾ ਕਰਦੇ ਕਹਿਣਾ ਕਰਦੇ ਹਨ। ਸਗਰੇ ਦ੍ਰਿਸ਼ਟ ਲਗਾਏ ਬਿਲੋ ਕਹ ਬਹੁ ਨਰਥਾਨ ਉਤੰਗਾ। ਸੋ ਜਿਹੜੇ ਅਸਥਾਨਾਂ ਦੇ ਉੱਤੇ ਕਲਗੀਧਰ ਪਾਤਸ਼ਾਹ ਜੀ ਆਪ ਸੁਭਾਏਮਾਨ ਨੇ, ਉਹਨਾਂ ਅਸਥਾਨਾਂ ਦੇ ਉੱਤੇ ਆਪਣੀ ਨਿਗਾਹ ਨਜ਼ਰ ਲਗਾ ਕਰਕੇ ਦੇਖਣਾ ਕਰੋ। ਉੱਥੇ ਬਹੁਤ ਸਾਰੇ ਜੋ ਪੁਰਸ਼ ਹਨ ਉਹ ਉੱਥੇ ਸੁਭਾਏਮਾਨ ਹਨ। ਦੂਰਬੀਨ ਪੁੰਨ ਲਾਏ ਨਿਹਾਰੇ ਤੁਰਕਨ ਬਾਕ ਉਚਾਰਾ। ਫਿਰ ਤੁਰਕਾਂ ਨੇ, ਇਹਨਾਂ ਤੁਰਕੜਿਆਂ ਨੇ ਆਪ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਸੰਗਤ ਜੀ ਜੋ ਕਾਰਗੁਜ਼ਾਰੀ ਹੋ ਰਹੀ ਸੀ ਉਹਨੂੰ ਦੇਖਣ ਵਾਸਤੇ ਆਪ ਇਹਨਾਂ ਨੇ ਦੂਰਬੀਨ ਲਗਾਉਣਾ ਕੀਤੀ ਹੈ ਤੇ ਨਾਲ ਜੋ ਸਾਰੀ ਕਾਰਗੁਜ਼ਾਰੀ ਨੂੰ ਆਪ ਦੇਖਣਾ ਕੀਤਾ ਹੈ। ਇਹ ਕੋ ਹੈ ਤੇਰਿਓ ਮੰਚ ਉਪਰ ਢਿਗ ਲਾਏ ਸਭਾ ਉਦਾਰਾ। ਫਿਰ ਆਪ ਇਹਨਾਂ ਜੋ ਦੋ ਸੂਬਿਆਂ ਨੇ ਕਹਿਣਾ ਕੀਤਾ, ਇਹ ਕੌਣ ਨੇ ਜਿਹੜੇ ਆਪ ਸਿੰਘਾਸਣ ਦੇ ਉੱਪਰ ਸੁਭਾਏਮਾਨ ਨੇ? ਤਾਂ ਸੰਗਤ ਜੀ ਆਪ ਇਹ ਜੋ ਸੂਬੇਦਾਰ ਪੁੱਛਣਾ ਕਰਦੇ ਕੌਣ ਨੇ ਜਿਹੜੇ ਉਹ ਸੋਹਣੇ ਉੱਚੇ ਸਿੰਘਾਸਣ ਦੇ ਉੱਪਰ ਸੁਭਾਏਮਾਨ ਨੇ ਤੇ ਨਾਲ ਜਿਨ੍ਹਾਂ ਦੇ ਜੋ ਸੰਪੂਰਨ ਖਾਲਸਾ ਜੀ ਦਾ ਜੋ ਦੀਵਾਨ ਸਜਿਆ ਹੈ। ਚਮਰ ਕੋ ਢੂਰਤ ਸੂਰਜਮੁਖੀ ਅਗਾਰੀ। ਇਹ ਕੌਣ ਨੇ ਜਿਨ੍ਹਾਂ ਦੇ ਆਪ ਉੱਪਰ ਚੌਰ ਲਗਾਤਾਰ ਝੁੱਲ ਰਹੀ ਤੇ ਨਾਲ ਦੇ ਨਾਲ ਜਿਨ੍ਹਾਂ ਦਾ ਮੁਖ ਸੂਰਜਮੁਖੀ ਦੇ